सत श्री अकाल जी सारिਆਂ ਨੂੰ। मेरी उम्र 17 साल ਦੀ ਸੀ। ਮੇਰੇ ਮਾਤਾ ਪਿਤਾ ਅਤੇ ਭਰਾ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦਾ ਦੇਹਾਂਤ ਹੋ ਗਿਆ। ਮੇਰਾ ਛੋਟਾ ਭਰਾ ਕੋਮਾ ਵਿੱਚ ਚਲਿਆ ਗਿਆ। ਸਾਡੇ ਘਰ ਉੱਤੇ ਮੇਰੀ ਮੰਮੀ ਦੀ ਸਹੇਲੀ ਅਤੇ ਉਸਦੇ ਪਤੀ ਨੇ ਕਬਜ਼ਾ ਕਰ ਲਿਆ ਤੇ ਮੈਨੂੰ ਮੇਰੇ ਹੀ ਘਰ ਵਿੱਚ ਨੌਕਰਾਨੀ ਬਣਾ ਲਿਆ। ਇੱਕ ਦਿਨ ਘਰੇ ਇੱਕ ਆਦਮੀ ਆਇਆ। ਉਹ ਆਦਮੀ ਬਹੁਤ ਅਮੀਰ ਸੀ। ਉਹ ਮੈਨੂੰ ਪੈਸੇ ਦੇ ਬਦਲੇ ਆਪਣੀ ਅਪਾਹਿਜ ਮਾਂ ਦੀ ਸੇਵਾ ਕਰਨ ਦੇ ਲਈ ਕਹਿੰਦਾ ਹੈ। ਮੈਂ ਉਸ ਦੀ ਸ਼ਰਤ ਮੰਨ ਕੇ ਉਸ ਦੇ ਨਾਲ ਚਲੀ ਗਈ ਕਿਉਂਕਿ ਮੈਂ ਪੈਸੇ ਨੂੰ ਮੁਹਤਾਜ ਹੋ ਗਈ ਸੀ। ਮੇਰੇ ਕੋਲ ਮੇਰੇ ਭਰਾ ਦੇ ਇਲਾਜ ਲਈ ਵੀ ਪੈਸੇ ਨਹੀਂ ਸੀ। ਉਹਨਾਂ ਦੀ ਹਵੇਲੀ ਵਿੱਚ ਜਾਣ ਦੇ ਬਾਅਦ ਅਸਲ ਸੱਚਾਈ ਮੇਰੇ ਸਾਹਮਣੇ ਆਈ ਤਾਂ ਮੇਰੇ ਹੋਸ਼ ਉੱਡ ਗਏ। ਮੇਰੇ ਮਾਤਾ ਪਿਤਾ ਨੇ ਸ਼ਹਿਰ ਦੀ ਆਵਾਜਾਈ ਤੋਂ ਦੂਰ ਸ਼ਹਿਰ ਦੇ ਬਾਹਰ ਆਪਣੇ ਸੁਪਨਿਆਂ ਦਾ ਮਕਾਨ ਬਣਾਇਆ ਸੀ। ਸ਼ਾਂਤ ਵਾਤਾਵਰਨ ਵਿੱਚ ਪੇੜ ਪੌਦਿਆਂ ਨਾਲ ਘਿਰਿਆ ਹੋਇਆ ਘਰ ਵੇਖਣ ਵਿੱਚ ਬਹੁਤ ਖੂਬਸੂਰਤ ਲੱਗਦਾ ਸੀ। ਅਸੀਂ 2 ਭੈਣ ਭਰਾ ਸੀ। ਮੇਰੇ ਮਾਤਾ ਪਿਤਾ ਇਸ ਛੋਟੀ ਜਿਹੀ ਫੈਮਿਲੀ ਵਿੱਚ ਬਹੁਤ ਖੁਸ਼ ਸੀ। ਅੱਜ ਮੇਰਾ ਲਾਸਟ ਪੇਪਰ ਸੀ। ਪੇਪਰ ਬਹੁਤ ਵਧੀਆ ਹੋਇਆ ਤੇ ਸੋਚਿਆ ਹੁਣ ਮੈਂ ਖੂਬ ਮਜ਼ੇ ਕਰਾਂਗੀ ਅਤੇ ਜੀ ਭਰ ਕੇ ਸੌਵਾਂਗੀ। ਮੇਰੀ ਸਹੇਲੀ ਦੇ ਘਰੇ ਪਾਰਟੀ ਸੀ ਤੇ ਮੈਂ ਮਾਂ ਨੂੰ ਕਿਹਾ ਕਿ ਮਾਂ ਅੱਜ ਆਪਾਂ ਉਹਨਾਂ ਦੇ ਘਰ ਹੀ ਰੁਕਾਂਗੇ। ਤਾਂ ਮੇਰੀ ਮਾਂ ਨੇ ਕਿਹਾ ਕਿ ਰਾਤ ਨੂੰ ਕਿਉਂ, ਪਾਰਟੀ ਖਤਮ ਹੋਣ ਤੇ ਅਸੀਂ ਤੈਨੂੰ ਲੈਣ ਆਵਾਂਗੇ ਅਤੇ ਤੂੰ ਆਪਣੇ ਘਰ ਵੀ ਤਾਂ ਪਾਰਟੀ ਰੱਖ ਸਕਦੀ ਆ। ਕਿੰਨਾ ਸ਼ਾਂਤ ਵਾਤਾਵਰਨ ਹੈ ਇੱਥੇ, ਤੇਰੀਆਂ ਸਹੇਲੀਆਂ ਨੂੰ ਵੀ ਕਿੰਨਾ ਚੰਗਾ ਲੱਗੇਗਾ। ਮੈਂ ਗੁੱਸੇ ਵਿੱਚ ਕਿਹਾ ਤੁਸੀਂ ਵੀ ਤਾਂ ਮੂਡ ਖਰਾਬ ਕਰ ਦਿੰਦੇ ਹੋ। ਹੁਣ ਮੈਂ ਕੋਈ ਬੱਚੀ ਨਹੀਂ, 17 ਸਾਲ ਦੀ ਮੈਚਿਓਰ ਲੜਕੀ ਹਾਂ। ਫਿਰ ਤੁਸੀਂ ਦਿਸ਼ਾ ਤੇ ਅੰਕਲ ਨੂੰ ਵੀ ਤਾਂ ਚੰਗੀ ਤਰ੍ਹਾਂ ਜਾਣਦੇ ਹੋ, ਚਾਹੇ ਤਾਂ ਆਂਟੀ ਤੋਂ ਪੁੱਛ ਲਿਓ। ਦਿਸ਼ਾ ਨੇ ਮੇਰੇ ਕਹਿਣ ਤੇ ਪਹਿਲਾਂ ਹੀ ਪਾਰਟੀ ਰੱਖੀ ਸੀ। ਅਗਲੀ ਵਾਰ ਮੈਂ ਆਪਣੇ ਘਰ ਵਿੱਚ ਪਾਰਟੀ ਰੱਖਾਂਗੀ। ਪਤਾ ਨਹੀਂ ਕਿਉਂ ਅੱਜ ਕੱਲ੍ਹ ਮਾਂ ਦੀਪਾ ਆਂਟੀ ਅਤੇ ਵਿਜੇ ਅੰਕਲ ਨਾਲ ਨਾਰਾਜ਼ ਰਹਿੰਦੀ ਸੀ। ਮਾਂ ਨੂੰ ਮਨਾਉਣ ਦੇ ਲਈ ਮੈਂ ਮਾਂ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਗੋਡਿਆਂ ਦੇ ਬਲ ਬੈਠ ਕੇ ਕਿਹਾ ਪਲੀਜ਼ ਮੰਨ ਜਾਓ ਨਾ, ਕੱਲ ਨੂੰ ਤੁਹਾਡੇ ਨਾਲ ਹੀ ਸਮਾਂ ਬਿਤਾਵਾਂਗੀ, ਪੱਕਾ ਪ੍ਰੋਮਿਸ। ਮੇਰੀਆਂ ਇਸ ਅਦਾਵਾਂ ਤੇ ਮੇਰੀ ਮਾਂ ਹੱਸ ਪਈ ਤੇ ਕਿਹਾ ਨੌਟੰਕੀ ਕਿਸੇ ਥਾਂ ਦੀ, ਚੰਗਾ ਚਲੀ ਜਾਵੀਂ। ਮੇਰੀ ਮਾਂ ਨੇ ਸੋਚਿਆ ਕਿ ਮੈਂ ਦਿਸ਼ਾ ਦੀ ਮਾਂ ਤੋਂ ਸਾਰੀ ਜਾਣਕਾਰੀ ਲੈ ਹੀ ਲੈਂਦੀ ਹਾਂ। ਆਖਿਰ ਮਾਂ ਹੀ ਹੁੰਦੀ ਆ। ਬੱਚਿਆਂ ਦੇ ਬਾਰੇ ਵਿੱਚ ਉਸ ਨੂੰ ਫਿਕਰ ਰਹਿੰਦੀ ਆ। ਮੇਰੇ ਪਾਪਾ ਅਤੇ ਮੇਰੀ ਸਹੇਲੀ ਦੇ ਪਾਪਾ ਦੋਨੋਂ ਬਿਜ਼ਨਸ ਪਾਰਟਨਰ ਸੀ ਤੇ ਬਹੁਤ ਚੰਗੇ ਮਿੱਤਰ ਵੀ। ਉਹਨਾਂ ਦੇ ਆਪਸ ਵਿੱਚ ਬਹੁਤ ਚੰਗੇ ਸੰਬੰਧ ਸੀ। ਪਰ ਮੇਰੀ ਮਾਂ ਨੂੰ ਕੁਝ ਦਿਨਾਂ ਤੋਂ ਕੁਝ ਖਟਕ ਰਿਹਾ ਸੀ। ਮੈਂ ਤੇ ਆਵਾ ਇੱਕ ਸਕੂਲ ਵਿੱਚ ਪੜ੍ਹਦੀਆਂ ਸੀ। ਬਹੁਤ ਵਧੀਆ ਸਹੇਲੀਆਂ ਸੀ। ਅਸੀਂ ਦੋਨਾਂ ਨੇ 12ਵੀਂ ਦੇ ਪੇਪਰ ਦਿੱਤੇ ਸੀ। ਮੇਰੀ ਸਹੇਲੀ ਦਾ ਡਰਾਈਵਰ ਮੈਨੂੰ ਲੈਣ ਆ ਗਿਆ। ਮੇਰੀ ਮਾਂ ਨੂੰ ਮੇਰੇ ਪਾਪਾ ਦਾ ਫੋਨ ਆ ਗਿਆ ਕਿਉਂਕਿ ਬਿਜ਼ਨਸ ਦੇ ਸਿਲਸਿਲੇ ਵਿੱਚ ਪਾਪਾ ਬਾਹਰ ਗਏ ਹੋਏ ਸੀ। ਮੈਂ ਰਾਤ ਦੇ 8 ਵਜੇ ਦੀ ਫਲਾਈਟ ਵਿੱਚ ਆ ਰਿਹਾ। ਮੇਰੀ ਮਾਂ ਖੁਸ਼ ਹੋ ਗਈ। ਉਸਨੇ ਸੋਚਿਆ ਕਿ ਏਅਰਪੋਰਟ ਜਾ ਕੇ ਖੁਦ ਸਰਪ੍ਰਾਈਜ਼ ਦੇਵਾਂਗੀ। ਸ਼ਾਮ ਦੇ 5 ਵਜੇ ਮੇਰੀ ਮਾਂ ਫਟਾਫਟ ਤਿਆਰ ਹੋ ਕੇ ਨਿਕਲਣ ਲੱਗੀ ਤਾਂ ਮੇਰਾ ਭਰਾ ਟਿਊਸ਼ਨ ਤੋਂ ਵਾਪਸ ਆ ਗਿਆ। ਉਸਨੇ ਵੀ ਜਿੱਦ ਫੜ ਲਈ, ਮੈਂ ਵੀ ਨਾਲ ਜਾਵਾਂਗਾ। ਮੇਰੀ ਮਾਂ ਨੇ ਡਾਂਟ ਦਿੱਤਾ ਕਿ ਤੇਰੇ 8ਵੀਂ ਦੇ ਪੇਪਰ ਹਨ, ਤੂੰ ਪੜ੍ਹ ਲਾ, ਪਰ ਉਸਨੇ ਜਿੱਦ ਨਾ ਛੱਡੀ। ਮੇਰੇ ਪਾਪਾ ਜੀ ਮੇਰੀ ਮਾਂ ਤੋਂ ਮੇਰੇ ਭਰਾ ਨੂੰ ਦੇਖ ਕੇ ਬਹੁਤ ਖੁਸ਼ ਹੋ ਗਏ। ਉਹਨਾਂ ਤਿੰਨਾਂ ਨੇ ਬਾਹਰ ਹੀ ਡਿਨਰ ਕੀਤਾ ਅਤੇ ਘਰ ਨੂੰ ਤੁਰ ਪਏ। ਪਰ ਕਹਿੰਦੇ ਹਨ ਕਿ ਕਦੇ-ਕਦੇ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ। ਇੱਕ ਅਣਹੋਣੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਵਾਪਸ ਆਉਂਦੇ ਸਮੇਂ ਇੱਕ ਫਲਾਈਓਵਰ ਤੇ ਤੇਜ਼ ਗੱਡੀ ਨਾਲ ਆਉਂਦੇ ਹੋਏ ਟਰੱਕ ਨੇ ਉਹਨਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਬੈਲੈਂਸ ਵਿਗੜਨ ਨਾਲ ਪਲਟੀ ਖਾਂਦੀ ਹੋਈ ਕਾਰ ਰੇਲਿੰਗ ਨਾਲ ਟਕਰਾ ਕੇ ਹੇਠਾਂ ਡਿੱਗੀ ਅਤੇ ਹੋਰ ਗੱਡੀਆਂ ਨਾਲ ਟਕਰਾਉਣ ਕਾਰਨ ਉਸ ਨੂੰ ਅੱਗ ਲੱਗ ਗਈ। ਟਰੱਕ ਡਰਾਈਵਰ ਟਰੱਕ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਫਾਇਰ ਬ੍ਰਿਗੇਡ ਵਾਲੀ ਗੱਡੀ ਤੁਰੰਤ ਆ ਗਈ ਤੇ ਉਹਨਾਂ ਨੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਗਿਆ। ਮੇਰੀ ਮਾਂ ਅਤੇ ਪਾਪਾ ਬਹੁਤ ਬੁਰੀ ਤਰ੍ਹਾਂ ਜਲ ਚੁੱਕੇ ਸੀ। ਮੇਰਾ ਭਰਾ ਜਲਣ ਤੋਂ ਤਾਂ ਬਚ ਗਿਆ ਪਰ ਉਸ ਦੇ ਸਿਰ ਵਿੱਚ ਖੂਨ ਦੀ ਧਾਰ ਵਹਿ ਰਹੀ ਸੀ। ਗੱਡੀ ਵਿੱਚੋਂ ਮਿਲੇ ਹੋਏ ਕੁਝ ਜਲੇ ਹੋਏ ਕਾਗਜ਼ਾਂ ਤੋਂ ਜਾਣਕਾਰੀ ਕੱਢ ਕੇ ਵਿਜੇ ਅੰਕਲ ਨੂੰ ਖਬਰ ਕਰ ਦਿੱਤੀ ਗਈ। ਖਬਰ ਸੁਣਦੇ ਹੀ ਵਿਜੇ ਅੰਕਲ ਅਤੇ ਦੀਪਾ ਆਂਟੀ ਉੱਥੇ ਪਹੁੰਚ ਗਏ ਪਰ ਮੈਨੂੰ ਐਕਸੀਡੈਂਟ ਦੇ ਬਾਰੇ ਕੁਝ ਨਹੀਂ ਦੱਸਿਆ।
ਬਹੁਤ ਕੋਸ਼ਿਸ਼ ਦੇ ਬਾਅਦ ਵੀ ਮੇਰੇ ਮੰਮੀ ਅਤੇ ਪਾਪਾ ਨੂੰ ਨਹੀਂ ਬਚਾ ਸਕੇ। ਮੇਰਾ ਭਰਾ ਅਮਨ ਕੋਮਾ ਵਿੱਚ ਚਲਿਆ ਗਿਆ। ਉਸ ਦੇ ਸਿਰ ਵਿੱਚ ਬਹੁਤ ਡੂੰਘੀ ਸੱਟ ਸੀ। ਉਸ ਨੂੰ ਸਰਜਰੀ ਦੀ ਜ਼ਰੂਰਤ ਸੀ। ਇੱਧਰ ਮੈਂ ਇਹਨਾਂ ਸਭ ਹਾਲਾਤਾਂ ਤੋਂ ਬੇਖਬਰ ਆਪਣੇ ਦੋਸਤਾਂ ਨਾਲ ਪਾਰਟੀ ਦੇ ਮਜ਼ੇ ਲੈ ਰਹੀ ਸੀ। ਪਰ ਇੱਕ ਬੁਰੀ ਖਬਰ ਮੇਰਾ ਇੰਤਜ਼ਾਰ ਕਰ ਰਹੀ ਸੀ। ਹੋਣੀ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ। ਪਲਕ ਝਪਕਦਿਆਂ ਹੀ ਮੇਰੀਆਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ। ਜਿਵੇਂ ਹੀ ਮੈਨੂੰ ਮੇਰੇ ਮੰਮੀ ਅਤੇ ਪਾਪਾ ਦੇ ਐਕਸੀਡੈਂਟ ਦੀ ਮੌਤ ਦੀ ਖਬਰ ਸੁਣਾਈ ਗਈ ਤਾਂ ਮੈਂ ਜਿਵੇਂ ਪਾਗਲ ਹੋ ਗਈ। ਰੋ ਰੋ ਕੇ ਮੇਰਾ ਬੁਰਾ ਹਾਲ ਸੀ। ਇੱਕ ਪਲ ਵਿੱਚ ਮੇਰੀ ਸਾਰੀ ਦੁਨੀਆ ਉੱਜੜ ਗਈ। ਜੋ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮਾਂ ਪਿਓ ਦਾ ਸਾਥ ਛੁੱਟ ਗਿਆ। ਛੋਟੇ ਭਰਾ ਦੀ ਹਾਲਤ ਗੰਭੀਰ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਜਦੋਂ ਆਪਣੇ ਮਾਪਿਓ ਦੀਆਂ ਦੇਹਾਂ ਸਾਹਮਣੇ ਦੇਖੀਆਂ ਤਾਂ ਮੇਰਾ ਰੋ ਰੋ ਕੇ ਧਰਤੀ ਹਿਲਾ ਦਿੱਤੀ। ਅਜਿਹੀ ਮੁਸ਼ਕਲ ਘੜੀ ਵਿੱਚ ਵਿਜੇ ਅੰਕਲ ਅਤੇ ਦੀਪਾ ਆਂਟੀ ਨੇ ਮੈਨੂੰ ਸੰਭਾਲਿਆ। ਮੇਰੇ ਪਾਪਾ ਦੇ ਮਾਤਾ ਪਿਤਾ ਜਾਣੀ ਕਿ ਮੇਰੇ ਦਾਦਾ ਦਾਦੀ ਨਹੀਂ ਸੀ। ਮੇਰੇ ਇੱਕ ਤਾਇਆ ਜੀ ਸੀ ਜੋ ਪਿੰਡ ਵਿੱਚ ਰਹਿੰਦੇ ਸੀ। ਉਹਨਾਂ ਨੂੰ ਸੂਚਨਾ ਦੇ ਦਿੱਤੀ। ਰਾਤ ਤੱਕ ਉਹ ਉੱਥੇ ਪਹੁੰਚ ਗਏ। ਮੇਰੇ ਪਾਪਾ ਨੇ ਥੋੜਾ ਟਾਈਮ ਪਹਿਲਾਂ ਹੀ ਕਿਸ਼ਤਾਂ ਉੱਪਰ ਕਰ ਲਿਆ ਸੀ। ਮੇਰੇ ਮਾਪਿਓ ਨੇ ਬੜੇ ਹੀ ਚਾਵਾਂ ਨਾਲ ਉਸ ਨੂੰ ਸਜਾਇਆ ਸੀ। ਉਦੋਂ ਮੇਰੇ ਤਾਇਆ ਤਾਈ ਜੀ ਆਏ ਸੀ ਪਰ ਉਹਨਾਂ ਦਾ ਮੂੰਹ ਹੀ ਬਣਿਆ ਰਿਹਾ ਸੀ। ਉਹਨਾਂ ਨੇ ਕਿਹਾ ਸੀ ਕਿ ਐਵੇਂ ਫਾਲਤੂ ਵਿੱਚ ਇੰਨੇ ਪੈਸੇ ਲਗਾਏ ਇਸ ਮਕਾਨ ਉੱਤੇ। ਸਾਨੂੰ ਪੈਸੇ ਦੇ ਦਿੰਦਾ ਤਾਂ ਅਸੀਂ ਆਪਣੇ ਪਿੰਡ ਵਿੱਚ ਇੱਕ ਵਧੀਆ ਘਰ ਬਣਾ ਕੇ ਦਿੰਦੇ ਤੈਨੂੰ। ਉਦੋਂ ਮੈਨੂੰ ਮੇਰੇ ਤਾਏ ਜੀ ਉੱਪਰ ਬਹੁਤ ਗੁੱਸਾ ਆਇਆ ਸੀ। ਖੈਰ ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਮੇਰੇ ਤਾਇਆ ਜੀ ਸੰਸਕਾਰ ਦੇ ਬਾਅਦ ਖੇਤੀ ਦਾ ਬਹਾਨਾ ਬਣਾ ਕੇ ਆਪਣੇ ਪਿੰਡ ਵਾਪਸ ਚਲੇ ਗਏ। ਮੈਨੂੰ ਆਪਣੇ ਨਾਲ ਲੈ ਜਾਣ ਤੋਂ ਬਹਾਨਾ ਬਣਾ ਕੇ ਕਹਿਣ ਲੱਗੇ ਤੇਰੇ ਭਰਾ ਨੂੰ ਬਹੁਤ ਜ਼ਰੂਰਤ ਆ, ਅਸੀਂ ਆਉਂਦੇ ਰਹਾਂਗੇ। ਪਰ ਉਹਨਾਂ ਨੇ ਸਾਡੀ ਕੋਈ ਖੈਰ ਖਬਰ ਨਾ ਲਈ। ਮੇਰੇ ਨਾਨਕਿਆਂ ਵਿੱਚੋਂ ਸਿਰਫ ਮੇਰੇ ਮਾਮਾ ਜੀ ਸੀ। ਉਹ ਵਿਦੇਸ਼ ਵਿੱਚ ਰਹਿੰਦੇ ਸੀ। ਫੋਨ ਉੱਤੇ ਹੀ ਉਹਨਾਂ ਨੇ ਮੇਰੇ ਕੋਲੋਂ ਦੁੱਖ ਦਾ ਪ੍ਰਗਟਾਵਾ ਕਰ ਲਿਆ। ਸਾਡੇ ਘਰ ਉੱਤੇ ਦੀਪਾ ਆਂਟੀ ਅਤੇ ਵਿਜੇ ਅੰਕਲ ਨੇ ਕਬਜ਼ਾ ਕਰ ਲਿਆ। ਉਹ ਕਹਿ ਰਹੇ ਸੀ ਕਿ ਉਹਨਾਂ ਦੇ ਪਾਪਾ ਨੇ ਪੂਰੀਆਂ ਕਿਸ਼ਤਾਂ ਨਹੀਂ ਚੁਕਾਈਆਂ ਸੀ। ਅਸੀਂ ਪੂਰੇ ਪੈਸੇ ਦੇ ਕੇ ਘਰ ਆਪਣੇ ਨਾਮ ਕਰਾ ਲਿਆ। ਪਰ ਮੇਰੀ ਸਹੇਲੀ ਦਿਸ਼ਾ ਦੇ ਕਹਿਣ ਤੇ ਮੈਨੂੰ ਉਸੇ ਘਰ ਵਿੱਚ ਇੱਕ ਕਮਰੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਥੋੜੇ ਦਿਨ ਤਾਂ ਉਹਨਾਂ ਨੇ ਮੇਰਾ ਅਤੇ ਮੇਰੇ ਭਰਾ ਦਾ ਬਹੁਤ ਖਿਆਲ ਰੱਖਿਆ। ਹੌਲੀ ਹੌਲੀ ਕਰਕੇ ਉਹਨਾਂ ਦੇ ਤੇਵਰ ਬਦਲਣ ਲੱਗੇ। ਕਿੰਨੀ ਸਵਾਰਥੀ ਆ ਇਹ ਦੁਨੀਆ, ਇੱਥੇ ਕੋਈ ਆਪਣਾ ਸਕਾ ਨਹੀਂ। ਅੱਜ ਮੈਨੂੰ ਪਤਾ ਲੱਗ ਗਿਆ ਸੀ। ਆਪਣੇ ਹੀ ਘਰ ਵਿੱਚ ਪਰਾਇਆਂ ਵਰਗਾ ਵਿਵਹਾਰ ਹੋਣ ਲੱਗਿਆ ਮੇਰੇ ਨਾਲ। ਅਮਨ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ। ਡਾਕਟਰ ਨੇ ਮੇਜਰ ਆਪਰੇਸ਼ਨ ਦੱਸਿਆ ਸੀ ਜਿਸ ਵਿੱਚ ਲੱਖਾਂ ਦਾ ਖਰਚ ਹੋਣਾ ਸੀ। ਮੇਰੇ ਤਾਇਆ ਜੀ ਨੇ ਤਾਂ ਹੱਥ ਖੜੇ ਕਰ ਦਿੱਤੇ ਸੀ। ਮਾਮਾ ਜੀ ਨੂੰ ਬੇਨਤੀ ਕੀਤੀ ਤਾਂ ਮਾਮਾ ਜੀ ਨੇ ਕੁਝ ਪੈਸੇ ਮੇਰੀ ਦੀਪਾ ਆਂਟੀ ਦੇ ਅਕਾਊਂਟ ਵਿੱਚ ਪਾ ਦਿੱਤੇ ਕਿਉਂਕਿ ਮੇਰਾ ਤਾਂ ਹਾਲੇ ਤੱਕ ਕੋਈ ਬੈਂਕ ਅਕਾਊਂਟ ਨਹੀਂ ਸੀ। ਉਹਨਾਂ ਪੈਸਿਆਂ ਨਾਲ ਥੋੜੇ ਦਿਨ ਤੱਕ ਕੰਮ ਚੱਲ ਗਿਆ। ਮੈਂ ਮਾਮਾ ਜੀ ਨੂੰ ਬੇਨਤੀ ਕੀਤੀ ਕਿ ਪਲੀਜ਼ ਮੇਰੇ ਭਰਾ ਨੂੰ ਅਮਰੀਕਾ ਬੁਲਾ ਕੇ ਉਸ ਦਾ ਇਲਾਜ ਕਰਵਾ ਦਿਓ। ਪਰ ਮਾਮਾ ਜੀ ਨੇ ਇਸ ਤੋਂ ਜ਼ਿਆਦਾ ਮਦਦ ਕਰਨ ਦੇ ਲਈ ਸਾਫ਼ ਮਨਾ ਕਰ ਦਿੱਤਾ। ਮੈਂ ਇੰਨੇ ਪੈਸੇ ਕਿੱਥੋਂ ਲੈ ਕੇ ਆਉਂਦੀ। 17 ਸਾਲ ਦੀ ਅਨਾਥ ਲੜਕੀ ਜਿਸ ਦੀ ਅਜੇ ਪੜ੍ਹਾਈ ਵੀ ਪੂਰੀ ਨਹੀਂ ਹੋਈ ਸੀ, ਉਹ ਆਪਣੇ ਭਰਾ ਦੇ ਇਲਾਜ ਲਈ ਲੱਖਾਂ ਪੈਸੇ ਕਿੱਥੋਂ ਇਕੱਠੇ ਕਰਦੀ। ਕਰੀਬ 1.5 ਮਹੀਨਾ ਹੋ ਗਿਆ ਮੇਰੇ ਮਾਤਾ ਪਿਤਾ ਨੂੰ ਗੁਜ਼ਰੇ ਹੋਏ, ਪਰ ਅਮਨ ਹਾਲੇ ਵੀ ਕੋਮਾ ਵਿੱਚ ਹੀ ਸੀ। ਪੈਸੇ ਇਕੱਠੇ ਨਾ ਹੋਣ ਦੀ ਵਜ੍ਹਾ ਕਾਰਨ ਹਸਪਤਾਲ ਵਾਲਿਆਂ ਨੇ ਵੀ ਹਸਪਤਾਲ ਵਿੱਚੋਂ ਲਿਜਾਣ ਦਾ ਕਹਿ ਦਿੱਤਾ। ਦੀਪਾ ਆਂਟੀ ਅਤੇ ਵਿਜੇ ਅੰਕਲ ਦੇ ਤਾਂ ਤੇਵਰ ਹੀ ਬਦਲ ਗਏ ਸੀ। ਜੇ ਮੈਂ ਉਹਨਾਂ ਨੂੰ ਪੈਸੇ ਦੀ ਮਦਦ ਕਰਨ ਲਈ ਕਹਿੰਦੀ ਤਾਂ ਉਹ ਕਹਿੰਦੇ ਜੇ ਅਸੀਂ ਤੇਰੇ ਭਰਾ ਦੇ ਇਲਾਜ ਵਿੱਚ ਪੈਸੇ ਲਗਾ ਦੇਵਾਂਗੇ ਤਾਂ ਤੂੰ ਉਹਨਾਂ ਨੂੰ ਮੋੜੂਗਾ ਕੌਣ। ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡੇ ਘਰ ਦਾ ਸਾਰਾ ਕੰਮ ਕਰ ਦਿਆ ਕਰਾਂਗੀ, ਕੋਈ ਜੌਬ ਲੱਭ ਲਵਾਂਗੀ ਤੇ ਹੌਲੀ ਹੌਲੀ ਕਰਕੇ ਤੁਹਾਡੇ ਸਾਰੇ ਪੈਸੇ ਮੋੜ ਦੇਵਾਂਗੀ। ਪਲੀਜ਼ ਮੇਰੀ ਇੰਨੀ ਕੁ ਮਦਦ ਕਰ ਦਿਓ, ਤੁਹਾਡਾ ਬਹੁਤ ਅਹਿਸਾਨ ਹੋਵੇਗਾ। ਪਰ ਉਹਨਾਂ ਨੇ ਮਦਦ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਉੱਪਰੋਂ ਦੀਪਾ ਆਂਟੀ ਨੇ ਇਹ ਤਾਨਾ ਮਾਰ ਦਿੱਤਾ ਕਿ ਅਸੀਂ ਤੈਨੂੰ ਮੁਫਤ ਵਿੱਚ ਘਰ ਰੱਖਦੇ ਹਾਂ, ਖਾਣਾ ਖਵਾਉਂਦੇ ਹਾਂ। ਇਹ ਕੋਈ ਘੱਟ ਆ। ਜੇ ਤੂੰ ਚਾਹੁੰਦੀ ਆ ਤਾਂ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦੇ। ਘੱਟ ਪੈਸਿਆਂ ਵਿੱਚ ਇਲਾਜ ਹੋ ਜਾਵੇਗਾ। ਬਚ ਗਿਆ ਤਾਂ ਉਸ ਦੀ ਕਿਸਮਤ। ਮੇਰੀਆਂ ਅੱਖਾਂ ਵਿੱਚ ਹੰਝੂ ਸੀ। ਕਿਸਮਤ ਵੀ ਕੀ ਖੇਡ ਖੇਡਦੀ ਆ ਨਾਜ਼ਾਂ ਨਾਲ ਪਾਲੀ ਹੋਈ।
ਮਾਂ ਪਿਓ ਦੀ ਦੁਲਾਰੀ ਬੇਟੀ ਅੱਜ ਆਪਣੇ ਹੀ ਘਰ ਵਿੱਚ ਨੌਕਰਾਣੀ ਨੂੰ ਬਦਤਰ ਜ਼ਿੰਦਗੀ ਜੀ ਰਹੀ ਸੀ, ਸਿਰਫ ਆਪਣੇ ਭਰਾ ਦੇ ਠੀਕ ਹੋਣ ਦੀ ਆਸ ਵਿੱਚ। ਦੀਪਾ ਆਂਟੀ ਮੇਰੇ ਤੋਂ ਘਰ ਦਾ ਸਾਰਾ ਕੰਮ ਲੈਂਦੀ। ਹੁਣ ਤਾਂ ਮੈਂ ਖਾਣਾ ਵੀ ਬਣਾਉਣ ਲੱਗੀ, ਪੂਰਾ ਦਿਨ ਕੰਮ ਕਰਕੇ ਥੱਕ ਜਾਂਦੀ। ਜੇ ਕਿਸੇ ਕੰਮ ਤੋਂ ਘਰ ਥੋੜਾ ਲੇਟ ਹੋ ਜਾਂਦੀ ਤਾਂ ਦੀਪਾ ਆਂਟੀ ਮੈਨੂੰ ਉਲਟਾ ਸਿੱਧਾ ਸੁਣਾਉਣ ਲੱਗਦੀ। ਮੈਂ ਸੋਚਦੀ ਕਿ ਮੇਰੇ ਮਾਪਿਓ ਦੇ ਸੁਪਨਿਆਂ ਦੇ ਘਰ ਨੂੰ ਇਹਨਾਂ ਨੇ ਹੜੱਪ ਲਿਆ। ਦੋਸਤੀ ਦੇ ਨਾਮ ਤੇ, ਇਨਸਾਨੀਅਤ ਦੇ ਨਾਮ ਤੇ ਕਲੰਕ ਹਨ ਇਹ ਲੋਕ। ਮੈਂ ਨੌਕਰੀ ਦੀ ਤਲਾਸ਼ ਵਿੱਚ ਦਰ-ਦਰ ਭਟਕਦੀ ਰਹਿੰਦੀ, ਪਰ ਨੌਕਰੀ ਹੱਥ ਨਾ ਲੱਗੀ। ਹਰ ਕੋਈ ਭੁੱਖੇ ਭੇੜੀਏ ਦੀ ਤਰ੍ਹਾਂ ਮੈਨੂੰ ਨੋਚਣ ਦਾ ਮੌਕਾ ਲੱਭਦੇ ਰਹਿੰਦੇ। ਇੱਕ ਦਿਨ ਇੱਕ ਆਦਮੀ ਦੇ ਕੋਲ ਸੈਂਟਰ ਵਿੱਚ ਕੋਈ ਨੌਕਰੀ ਦਾ ਝਾਂਸਾ ਦੇ ਕੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ। ਉੱਥੇ ਮੈਂ ਬੜੀ ਮੁਸ਼ਕਲ ਨਾਲ ਨਿਕਲੀ। ਹੁਣ ਜੇ ਮੈਂ ਕਿਤੇ ਨੌਕਰੀ ਮੰਗਣ ਵੀ ਜਾਂਦੀ ਤਾਂ ਡਰ ਲੱਗਿਆ ਰਹਿੰਦਾ। ਇੱਕ ਦਿਨ ਸ਼ਾਮ ਨੂੰ ਘਰ ਆਈ ਤਾਂ ਦੀਪਾ ਆਂਟੀ ਨੇ ਹੁਕਮ ਲਾ ਦਿੱਤਾ ਕਿ ਆਪਣੇ ਘਰ ਅੱਜ ਮਹਿਮਾਨ ਆਉਣ ਵਾਲੇ ਹਨ, ਵਧੀਆ ਜਿਹਾ ਖਾਣਾ ਤਿਆਰ ਕਰ ਲਾ। ਮੈਂ ਹਾਂ ਵਿੱਚ ਸਿਰ ਝੁਕਾ ਦਿੱਤਾ ਤੇ ਰਸੋਈ ਵਿੱਚ ਕੰਮ ਕਰਨ ਲੱਗ ਗਈ। ਉਦੋਂ ਤੱਕ ਮਹਿਮਾਨ ਆ ਚੁੱਕੇ ਸੀ ਤੇ ਦੀਪਾ ਆਂਟੀ ਨੇ ਮੈਨੂੰ ਪਾਣੀ ਪਿਉਣ ਲਈ ਆਵਾਜ਼ ਲਗਾਈ। ਮੈਂ ਪਾਣੀ ਦਾ ਗਲਾਸ ਲੈ ਕੇ ਡਰਾਇੰਗ ਰੂਮ ਵਿੱਚ ਆਈ ਤਾਂ ਦੇਖਿਆ ਕਿ ਉੱਥੇ ਤਾਂ ਦੀਪਾ ਆਂਟੀ ਦਾ ਭਰਾ ਸੀ, ਜੋ ਉਸ ਦਿਨ ਮੈਨੂੰ ਪਾਰਟੀ ਵਾਲੇ ਦਿਨ ਮਿਲਿਆ ਸੀ। ਮੈਂ ਉਸ ਅੰਕਲ ਨੂੰ ਪਾਣੀ ਫੜਾ ਕੇ ਰਸੋਈ ਵਿੱਚ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਪੈ ਗਈ। ਉੱਥੇ ਦਿਸ਼ਾ ਜਾਣੀ ਕਿ ਮੇਰੀ ਸਹੇਲੀ ਆਈ ਅਤੇ ਉਸਨੇ ਆਪਣੀ ਗੋਦੀ ਵਿੱਚ ਮੇਰਾ ਸਿਰ ਰੱਖ ਲਿਆ। ਦਿਸ਼ਾ ਵੀ ਮੇਰੀ ਹਾਲਤ ਦੇਖ ਕੇ ਬਹੁਤ ਦੁਖੀ ਸੀ। ਉਹ ਵੀ ਮੇਰੇ ਲਈ ਕੁਝ ਕਰਨਾ ਚਾਹੁੰਦੀ ਸੀ, ਪਰ ਮੰਮੀ ਪਾਪਾ ਦੇ ਗੰਦੇ ਸੁਭਾਅ ਕਾਰਨ ਮਜਬੂਰ ਸੀ। ਮੇਰੇ ਪ੍ਰਤੀ ਉਸਦੇ ਮੰਮੀ ਪਾਪਾ ਦਾ ਰਵੱਈਆ ਦੇਖ ਕੇ ਉਸ ਨੂੰ ਵੀ ਚੰਗਾ ਨਹੀਂ ਲੱਗਦਾ ਸੀ, ਪਰ ਉਹ ਕੁਝ ਨਹੀਂ ਕਰ ਸਕਦੀ ਸੀ। ਦੀਪਾ ਆਂਟੀ ਮੇਰੇ ਕਮਰੇ ਵਿੱਚ ਖਾਣੇ ਦੀ ਥਾਲੀ ਲੈ ਕੇ ਆਈ। ਮੈਂ ਵੀ ਹੈਰਾਨ ਸੀ। ਮੈਂ ਉਸ ਦਾ ਮੂੰਹ ਦੇਖਣ ਲੱਗੀ ਕਿਉਂਕਿ ਇਹ ਤਾਂ ਨਵੀਂ ਹੀ ਦੀਪਾ ਆਂਟੀ ਮੇਰੇ ਸਾਹਮਣੇ ਖੜੀ ਸੀ। ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ ਸੀ, ਪਰ ਅੱਜ ਅਚਾਨਕ ਦੀਪਾ ਆਂਟੀ ਨੂੰ ਕੀ ਹੋ ਗਿਆ ਸੀ? ਉਹ ਮੇਰੇ ਕੋਲ ਮੇਰੇ ਲਈ ਖਾਣਾ ਲੈ ਕੇ ਆਈ। ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ। ਮੈਂ ਚੁੱਪਚਾਪ ਖਾਣਾ ਖਾ ਲਿਆ। ਦੀਪਾ ਆਂਟੀ ਮੇਰੇ ਕੋਲ ਬੈਠ ਗਈ। ਮੈਂ ਖਾਣਾ ਖਾਣ ਤੋਂ ਬਾਅਦ ਬਰਤਨ ਰੱਖਣ ਰਸੋਈ ਵਿੱਚ ਜਾਣ ਲੱਗੀ ਤਾਂ ਆਂਟੀ ਨੇ ਮੈਨੂੰ ਰੋਕ ਲਿਆ ਤੇ ਮੈਨੂੰ ਆਰਾਮ ਕਰਨ ਨੂੰ ਕਿਹਾ। ਦੀਪਾ ਆਂਟੀ ਨੇ ਆਪਣੀ ਬੇਟੀ ਦਿਸ਼ਾ ਨੂੰ ਰਸੋਈ ਵਿੱਚ ਭਾਂਡੇ ਰੱਖਣ ਲਈ ਕਿਹਾ। ਮੈਂ ਬੜੀ ਹੈਰਾਨ ਹੋਈ, ਦੀਪਾ ਆਂਟੀ ਨੂੰ ਦੇਖ ਰਹੀ ਸੀ। ਦਿਸ਼ਾ ਦੇ ਜਾਂਦੇ ਹੀ ਦੀਪਾ ਆਂਟੀ ਮੈਨੂੰ ਕਹਿਣ ਲੱਗੀ, ਦੇਖ ਆਵਾ, ਤੈਨੂੰ ਅਮਨ ਦੇ ਇਲਾਜ ਲਈ ਪੈਸਿਆਂ ਦੀ ਬਹੁਤ ਜ਼ਰੂਰਤ ਆ ਤੇ ਸਾਡੇ ਕੋਲ ਵੀ ਇੰਨੇ ਪੈਸੇ ਕਿੱਥੇ। ਤੇਰੇ ਪਾਪਾ ਬਹੁਤ ਸਾਰਾ ਕਰਜ਼ਾ ਛੱਡ ਗਏ ਸੀ। ਮਕਾਨ ਦਾ ਵੀ ਪੂਰਾ ਪੈਸਾ ਅਸੀਂ ਹੀ ਭਰਿਆ, ਇਸ ਲਈ ਅਸੀਂ ਤੇਰੀ ਮਦਦ ਨਹੀਂ ਕਰ ਸਕਦੇ। ਮੈਨੂੰ ਵੀ ਤੁਹਾਡੇ ਦੋਨਾਂ ਭੈਣ ਭਰਾਵਾਂ ਦੀ ਬਹੁਤ ਚਿੰਤਾ। ਮੇਰੇ ਕੋਲ ਇੱਕ ਤਰੀਕਾ ਜਿਸ ਦੇ ਨਾਲ ਤੂੰ ਅਮਨ ਦੇ ਇਲਾਜ ਲਈ ਪੈਸੇ ਇਕੱਠੇ ਕਰ ਸਕਦੀ ਆਂ। ਮੈਂ ਕਿਹਾ, ਆਂਟੀ ਕਿਹੜਾ ਤਰੀਕਾ? ਮੈਂ ਆਪਣੇ ਭਰਾ ਦੇ ਇਲਾਜ ਦੇ ਲਈ ਕੁਝ ਵੀ ਕਰ ਲਵਾਂਗੀ, ਤੁਸੀਂ ਦੱਸੋ ਤਾਂ ਸਹੀ। ਆਂਟੀ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਕਿ ਇਹ ਮੇਰੇ ਚਾਚੇ ਦਾ ਮੁੰਡਾ ਸ਼ੇਖਾਵਤ ਨਾ, ਇਹ ਜੈਪੁਰ ਵਿੱਚ ਰਹਿੰਦੇ ਹਨ। ਤੂੰ ਇਹਨਾਂ ਦੇ ਨਾਲ ਚਲੀ ਜਾ ਤੇ ਇਹ ਤੇਰੇ ਭਰਾ ਦਾ ਵਧੀਆ ਤੋਂ ਵਧੀਆ ਇਲਾਜ ਕਰਵਾਉਣਗੇ। ਤਾਂ ਮੈਂ ਆਂਟੀ ਨੂੰ ਕਿਹਾ ਕਿ ਇਸ ਦੇ ਲਈ ਮੈਨੂੰ ਕੀ ਕਰਨਾ ਪਵੇਗਾ। ਮੈਂ ਅਮਨ ਨੂੰ ਇਸ ਹਾਲਤ ਵਿੱਚ ਇਕੱਲੇ ਨੂੰ ਛੱਡ ਕੇ ਨਹੀਂ ਜਾ ਸਕਦੀ, ਉਸ ਦਾ ਖਿਆਲ ਕੌਣ ਰੱਖੇਗਾ? ਦੀਪਾ ਆਂਟੀ ਨੇ ਕਿਹਾ, ਤੈਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਅਮਨ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੋਵੇਗੀ। ਮੈਂ ਸਮੇਂ-ਸਮੇਂ ਤੇ ਤੈਨੂੰ ਉਸ ਦੀ ਤਬੀਅਤ ਦੇ ਬਾਰੇ ਦੱਸਦੀ ਰਵਾਂਗੀ। ਤੂੰ ਬਸ ਮਨ ਲਗਾ ਕੇ ਸ਼ੇਖਾਵਤ ਦੇ ਕੋਲ ਕੰਮ ਕਰੀਂ, ਬਸ ਇੰਨੀ ਜਿਹੀ ਗੱਲ ਆ। ਮੈਂ ਅਟਕਦੇ ਹੋਏ ਕਿਹਾ, ਪਰ ਆਂਟੀ ਅਜਿਹਾ ਕਿਹੜਾ ਕੰਮ ਕਰਨਾ ਪਵੇਗਾ ਜਿਸ ਨਾਲ ਉਹ ਅੰਕਲ ਇੰਨੇ ਪੈਸੇ ਦੇਣਗੇ? ਆਂਟੀ ਨੇ ਕਿਹਾ, ਕੁਝ ਖਾਸ ਨਹੀਂ, ਬਸ ਚਾਚੀ ਜੀ ਜਾਣੀ ਕਿ ਬਿੱਟੂ ਦੀ ਮਾਂ ਅਪਾਹਿਜਾ, ਤੈਨੂੰ ਉਸ ਦਾ ਖਿਆਲ ਰੱਖਣਾ ਪਵੇਗਾ। 24 ਘੰਟੇ ਤੈਨੂੰ ਉੱਥੇ ਰਹਿਣ ਖਾਣ ਪੀਣ ਲਈ ਵੀ ਮਿਲੇਗਾ। ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਿ ਦੀਪਾ ਆਂਟੀ ਨੂੰ ਮੇਰੇ ਉੱਤੇ ਦਇਆ ਕਿਵੇਂ ਆ ਗਈ। ਜ਼ਰੂਰ ਕੋਈ ਨਾ ਕੋਈ ਸਵਾਰਥ ਹੋਵੇਗਾ ਇਸ ਦਾ। ਦੀਪਾ ਨੇ ਕਿਹਾ ਕਿ ਮੇਰਾ ਭਰਾ ਬਹੁਤ ਅਮੀਰ ਅਤੇ ਸਿੱਧਾ ਸਾਦਾ ਸ਼ਰੀਫ ਆਦਮੀ ਆ ਤੇ ਬਿੱਟੂ ਸ਼ੇਖਾਵਤ ਵਿਆਹਿਆ ਵਰਿਆ। ਉਹ ਆਪਣੀ ਪਤਨੀ ਦੇ ਨਾਲ ਬਹੁਤ ਖੁਸ਼ ਆ। ਉਸਨੇ ਮੇਰੇ ਕੋਲ ਜ਼ਿਕਰ ਕੀਤਾ ਆਪਣੀ ਮਾਂ ਦੀ ਦੇਖਭਾਲ ਲਈ ਕਿਸੇ ਮਿਹਨਤੀ, ਇਮਾਨਦਾਰ ਅਤੇ ਪਿਆਰ ਨਾਲ ਖਿਆਲ ਰੱਖਣ ਵਾਲੀ ਕੋਈ ਲੜਕੀ ਮਿਲ ਜਾਵੇ ਜੋ ਉਸਦੀ ਮਾਂ ਦਾ ਖਿਆਲ ਰੱਖ ਸਕੇ।
ਤਾਂ ਮੈਨੂੰ ਤੇਰਾ ਖਿਆਲ ਆਇਆ ਤੈਨੂੰ ਪੈਸਿਆਂ ਦੀ ਵੀ ਜ਼ਰੂਰਤ ਆ ਅਮਨ ਦੇ ਇਲਾਜ ਲਈ। ਜਦੋਂ ਮੈਂ ਬਿੱਟੂ ਨੂੰ ਤੇਰੇ ਬਾਰੇ ਦੱਸਿਆ ਤਾਂ ਉਹ ਮੰਨ ਗਏ। ਹੁਣ ਮੇਰੇ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਟੋਭਾ ਸੀ। ਆਪਣੇ ਭਰਾ ਨੂੰ ਇਸ ਹਾਲਤ ਵਿੱਚ ਇਕੱਲੇ ਛੱਡ ਕੇ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ, ਪਰ ਉਸ ਦੇ ਲਈ ਹੀ ਜਾਣਾ ਪੈਣਾ ਸੀ। ਮੈਂ ਆਪਣਾ ਮਨ ਕਰੜਾ ਕਰਕੇ ਜੈਪੁਰ ਜਾਣ ਦੀ ਹਾਮੀ ਭਰ ਦਿੱਤੀ। ਇਸ ਵਕਤ ਮੈਨੂੰ ਸ਼ਖਾਵਤ ਬਹੁਤ ਭਲੇ ਇਨਸਾਨ ਲੱਗਦੇ ਸੀ। ਇਨਸਾਨ ਕੀ, ਮੈਨੂੰ ਤਾਂ ਉਹਨਾਂ ਵਿੱਚ ਰੱਬ ਹੀ ਨਜ਼ਰ ਆ ਰਿਹਾ ਸੀ, ਜਿਨ੍ਹਾਂ ਨੇ ਮੈਨੂੰ ਇਸ ਮੁਸੀਬਤ ਵਿੱਚ ਸਹਾਰਾ ਦਿੱਤਾ। ਦਿੱਲੀ ਤੋਂ ਜੈਪੁਰ ਦੀ ਫਲਾਈਟ ਵਿੱਚ ਪੂਰੇ ਰਸਤੇ ਬਿੱਟੂ ਅੰਕਲ ਨਾਲ ਗੱਲ ਕਰਨ ਦੀ ਸੋਚਦੀ ਰਹੀ, ਪਰ ਉਹ ਅੱਖਾਂ ਉੱਤੇ ਕਾਲੀ ਪੱਟੀ ਬੰਨ੍ਹ ਕੇ ਸੀਟ ਉੱਤੇ ਸਿਰ ਟਿਕਾ ਕੇ ਸੁੱਤੇ ਰਹੇ। ਜੈਪੁਰ ਦੇ ਸ਼ਹਿਰ ਕਾਫੀ ਦੂਰ ਇੱਕ ਵੱਡੀ ਸਾਰੀ ਹਵੇਲੀ ਨੁਮਾ ਫਾਰਮ ਹਾਊਸ ਵਿੱਚ ਗੱਡੀ ਜਾ ਕੇ ਰੁਕੀ। ਇੱਕ ਆਦਮੀ ਨੇ ਸਲਾਮ ਕਰਕੇ ਕਾਰ ਦਾ ਦਰਵਾਜ਼ਾ ਖੋਲ੍ਹਿਆ। ਮੈਂ ਡਰੀ ਸਹਿਮੀ ਬਿੱਟੂ ਅੰਕਲ ਦੇ ਪਿੱਛੇ ਪਿੱਛੇ ਚੱਲ ਰਹੀ ਸੀ। ਸਭ ਸੁੰਨਸਾਨ ਭਿਅੰਕਰ ਜਿਹਾ ਲੱਗ ਰਿਹਾ ਸੀ। 2-4 ਲੋਕਾਂ ਤੋਂ ਸਿਵਾ ਇੰਨੀ ਵੱਡੀ ਹਵੇਲੀ ਵਿੱਚ ਕੋਈ ਨਹੀਂ ਦਿਖ ਰਿਹਾ ਸੀ। ਹੁਣ ਮੇਰੀ ਘਬਰਾਹਟ ਵੱਧਦੀ ਜਾ ਰਹੀ ਸੀ। ਉਦੋਂ ਹੀ ਇੱਕ ਅਧੇੜ ਉਮਰ ਦੀ ਇੱਕ ਔਰਤ ਨੇ ਮੈਨੂੰ ਉੱਪਰ ਇੱਕ ਕਮਰੇ ਵਿੱਚ ਪਹੁੰਚਾ ਦਿੱਤਾ ਅਤੇ ਕਿਹਾ ਕਿ ਇਸ ਕਮਰੇ ਵਿੱਚ ਤੇਰੀਆਂ ਜ਼ਰੂਰਤ ਦੀਆਂ ਸਾਰੀਆਂ ਵਸਤੂਆਂ ਮੌਜੂਦ ਹਨ। ਅੱਜ ਆਰਾਮ ਕਰ, ਕੱਲ੍ਹ ਨੂੰ ਤੈਨੂੰ ਸਾਰਾ ਕੰਮ ਸਮਝਾ ਦਿੱਤਾ ਜਾਵੇਗਾ। ਮੈਂ ਸ਼ਖਾਵਤ ਅੰਕਲ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਘਰ ਗਏ ਹਨ, ਕੱਲ੍ਹ ਆਉਣਗੇ। ਉਸ ਔਰਤ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਾਲੇ ਕਮਰੇ ਵਿੱਚ ਹਾਂ, ਡਰਨ ਦੀ ਕੋਈ ਲੋੜ ਨਹੀਂ। ਉਸ ਰਾਤ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਤੇ ਸਵੇਰੇ ਦੇਰ ਨਾਲ ਉੱਠੀ। ਮੈਨੂੰ ਬੜਾ ਹੀ ਅਜੀਬ ਲੱਗ ਰਿਹਾ ਸੀ। ਨਹਾ ਧੋ ਕੇ ਥੋੜਾ ਤਰੋ-ਤਾਜ਼ਾ ਮਹਿਸੂਸ ਕਰ ਰਹੀ ਸੀ ਤੇ ਪੀਲੇ ਰੰਗ ਦੀ ਰਾਜਸਥਾਨੀ ਪੋਸ਼ਾਕ ਪਾ ਕੇ ਬਾਹਰ ਆਈ ਤਾਂ ਸਾਹਮਣੇ ਸ਼ਖਾਵਤ ਆਉਂਦੇ ਹੋਏ ਦਿਸੇ। ਤਾਂ ਮੈਂ ਭੱਜ ਕੇ ਉਹਨਾਂ ਕੋਲ ਗਈ ਤੇ ਪੁੱਛਣ ਲੱਗੀ, ਚਾਚੀ ਜੀ ਕਿੱਥੇ ਹਨ? ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ, ਉਸ ਦੀ ਦੇਖਭਾਲ ਕਰਨਾ ਚਾਹੁੰਦੀ ਹਾਂ। ਮੈਨੂੰ ਮੇਰਾ ਕੰਮ ਸਮਝਾ ਦਿਓ। ਸ਼ਖਾਵਤ ਨੇ ਗੰਭੀਰ ਆਵਾਜ਼ ਵਿੱਚ ਮੈਨੂੰ ਉੱਪਰ ਕਮਰੇ ਵਿੱਚ ਜਾਣ ਦਾ ਆਦੇਸ਼ ਦੇ ਦਿੱਤਾ। ਮੈਨੂੰ ਥੋੜੀ ਹੈਰਾਨੀ ਹੋਈ। ਥੋੜੇ ਟਾਈਮ ਬਾਅਦ ਸ਼ਖਾਵਤ ਅੰਕਲ ਉੱਪਰ ਆਏ। ਉਹਨਾਂ ਨੇ ਮੈਨੂੰ ਇੱਕ ਫਾਈਲ ਫੜਾ ਦਿੱਤੀ ਅਤੇ ਪੜ੍ਹਨ ਲਈ ਕਿਹਾ। ਮੈਂ ਜਿਵੇਂ ਜਿਵੇਂ ਫਾਈਲ ਪੜ੍ਹਦੀ ਜਾ ਰਹੀ ਸੀ ਉਵੇਂ ਮੇਰੇ ਚਿਹਰੇ ਦਾ ਰੰਗ ਬਦਲਦਾ ਜਾ ਰਿਹਾ ਸੀ। ਪੂਰੀ ਫਾਈਲ ਪੜ੍ਹਨ ਦੇ ਬਾਅਦ ਮੈਂ ਹੈਰਾਨ ਰਹਿ ਗਈ ਤੇ ਸ਼ਖਾਵਤ ਅੰਕਲ ਮੈਨੂੰ ਦੇਖ ਕੇ ਹੱਸ ਰਹੇ ਸੀ। ਮੈਂ ਉਹ ਫਾਈਲ ਸੁੱਟ ਕੇ ਬਾਥਰੂਮ ਵਿੱਚ ਭੱਜ ਕੇ ਲੁਕ ਗਈ। ਫਾਈਲ ਪੜ੍ਹ ਕੇ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰੀ ਦੁਨੀਆ ਉੱਜੜ ਗਈ। ਮੈਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਤੇ ਸੋਚਣ ਲੱਗੀ ਕਿ ਮੈਂ ਕਿੱਥੇ ਆ ਕੇ ਫਸ ਗਈ। ਹੁਣ ਮੈਂ ਇਹਨਾਂ ਦੇ ਜਾਲ ਵਿੱਚੋਂ ਕਿਵੇਂ ਨਿਕਲਾਂ? ਦੀਪਾ ਆਂਟੀ ਦੀ ਤਰ੍ਹਾਂ ਇਹ ਵੀ ਚਾਲਬਾਜ਼ ਅਤੇ ਮੁਕਾਰ ਆਦਮੀ ਨਿਕਲਿਆ। ਰੋ ਰੋ ਕੇ ਜਦੋਂ ਮੈਂ ਬਾਹਰ ਆਈ ਤਾਂ ਮੇਰੇ ਸਾਹਮਣੇ ਸ਼ਖਾਵਤ ਅੰਕਲ ਖੜੇ ਸੀ। ਮੈਂ ਰੋ ਰੋ ਕੇ ਉਹਨਾਂ ਨੂੰ ਕਹਿਣ ਲੱਗੀ ਕਿ ਪਲੀਜ਼ ਅੰਕਲ ਮੈਨੂੰ ਜਾਣ ਦਿਓ ਮੇਰੇ ਭਰਾ ਕੋਲ, ਮੈਂ ਤੁਹਾਡੇ ਕੰਮ ਨਹੀਂ ਆ ਸਕਦੀ। ਤਾਂ ਅੰਕਲ ਨੇ ਕਿਹਾ ਕਿ ਇੱਕ ਵਾਰ ਹੋਰ ਸੋਚ ਲਾ ਆਪਣੇ ਭਰਾ ਦੀ ਹਾਲਤ ਦੇ ਬਾਰੇ। ਤੈਨੂੰ ਇੱਥੇ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਸਿਰਫ 1 ਸਾਲ ਦੀ ਹੀ ਗੱਲ ਆ, ਫਿਰ ਤੈਨੂੰ ਆਜ਼ਾਦ ਕਰ ਦੇਵਾਂਗਾ। ਸਾਡਾ ਵੀ ਕੰਮ ਬਣ ਜਾਊਗਾ ਤੇ ਤੇਰਾ ਭਰਾ ਵੀ ਠੀਕ ਹੋ ਜਾਊਗਾ। ਅਸੀਂ ਥੋੜੇ ਦਿਨਾਂ ਤੱਕ ਉਸ ਨੂੰ ਵੀ ਇੱਥੇ ਹੀ ਬੁਲਾ ਲਵਾਂਗੇ। ਉਸ ਦੀ ਦਵਾਈ ਦਾ ਪੂਰਾ ਖਰਚਾ ਅਸੀਂ ਕਰਾਂਗੇ। ਮੈਂ ਦੱਬੀ ਹੋਈ ਆਵਾਜ਼ ਵਿੱਚ ਉਸ ਨੂੰ ਕਿਹਾ ਕਿ ਮੈਂ ਸੋਚ ਕੇ ਕੱਲ੍ਹ ਦੱਸਾਂਗੀ। ਮੈਂ ਪੂਰੀ ਰਾਤ ਸੋਚਿਆ ਪਰ ਮੇਰੇ ਕੋਲ ਦੂਜਾ ਕੋਈ ਹੱਲ ਨਹੀਂ ਸੀ। ਅਗਲੇ ਦਿਨ ਸ਼ਖਾਵਤ ਅੰਕਲ ਦੇ ਸਾਹਮਣੇ ਇੱਕ ਸ਼ਰਤ ਰੱਖੀ ਕਿ ਮੈਂ ਤੁਹਾਡੀ ਮਾਂ ਅਤੇ ਪਤਨੀ ਨੂੰ ਮਿਲਣਾ ਚਾਹੁੰਦੀ ਹਾਂ ਤੇ ਅਗਲੇ ਦਿਨ ਉਹ ਆਪਣੀ ਪਤਨੀ ਅਤੇ ਮਾਂ ਨੂੰ ਹਵੇਲੀ ਵਿੱਚ ਲੈ ਆਏ। ਜਦੋਂ ਮੈਂ ਦੇਖਿਆ ਤਾਂ ਉਹਨਾਂ ਦੀ ਮਾਂ ਤਾਂ ਚੰਗੀ ਭਲੀ ਸੀ ਅਤੇ ਪਤਨੀ ਵੀ ਕਿੰਨੀ ਖੂਬਸੂਰਤ ਸੀ। ਫਿਰ ਮੈਨੂੰ ਇੱਥੇ ਕਿਉਂ ਲੈ ਕੇ ਆਏ? ਮੈਂ ਆਪਣੇ ਮਨ ਹੀ ਮਨ ਵਿੱਚ ਸੋਚ ਰਹੀ ਸੀ ਤਾਂ ਇੰਨੇ ਨੂੰ ਸ਼ਖਾਵਤ ਦੀ ਮਾਂ ਨੇ ਕਿਹਾ, ਬੇਟਾ ਇਹ ਤਾਂ ਬਹੁਤ ਛੋਟੀ ਆ। ਤਾਂ ਸ਼ਖਾਵਤ ਨੇ ਆਪਣੀ ਮਾਂ ਨੂੰ ਟੋਕ ਕੇ ਚੁੱਪ ਕਰਾ ਦਿੱਤਾ। ਸ਼ਖਾਵਤ ਮੈਨੂੰ ਅਤੇ ਆਪਣੀ ਪਤਨੀ ਨੂੰ ਲੈ ਕੇ ਉੱਪਰ ਵਾਲੇ ਕਮਰੇ ਵਿੱਚ ਚਲੇ ਗਏ ਅਤੇ ਇੱਕ ਵਾਰ ਫਿਰ ਮੈਨੂੰ ਉਹਨਾਂ ਕੰਟਰੈਕਟ ਫਾਈਲ ਪੜ੍ਹਨ ਲਈ ਕਿਹਾ। ਸ਼ਾਇਦ ਉਹ ਸਮਝ ਗਏ ਸੀ ਕਿ ਫਾਈਲ ਵਿੱਚ ਜੋ ਲਿਖਿਆ ਉਹ ਮੈਂ ਚੰਗੀ ਤਰ੍ਹਾਂ ਸਮਝ ਨਹੀਂ ਸਕੀ। ਕੰਬਦੇ ਹੱਥਾਂ ਨਾਲ ਮੈਂ ਉਹ ਫਾਈਲ ਦੁਬਾਰਾ ਪੜ੍ਹਨ ਲੱਗੀ। ਉਸ ਦੀ ਪਤਨੀ ਨੇ ਮੈਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਅਤੇ ਮੇਰਾ ਹੌਸਲਾ ਵਧਾਇਆ ਤੇ ਨਾਲ ਹੀ ਆਪਣੀ ਮਜਬੂਰੀ ਵੀ ਦੱਸੀ ਤੇ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਰਹਾਂਗੀ। ਇਹ ਸੁਣ ਕੇ ਮੈਨੂੰ ਥੋੜਾ ਹੌਸਲਾ ਹੋਇਆ। ਅਗਲੇ ਦਿਨ ਹਵੇਲੀ ਵਿੱਚ ਡਾਕਟਰਾਂ ਦੀ ਫੌਜ, ਮਸ਼ੀਨਾਂ ਅਤੇ ਨਰਸਾਂ ਦਾ ਦਸਤਾ ਮੌਜੂਦ ਸੀ।
ਮੇਰੇ ਸਾਰੇ ਟੈਸਟ ਸ਼ੁਰੂ ਹੋ ਗਏ। ਕਦੇ-ਕਦੇ ਮੈਨੂੰ ਹਸਪਤਾਲ ਵੀ ਲਿਜਾਇਆ ਜਾਂਦਾ। ਸ਼ੇਖਾਵਤ ਅਤੇ ਉਸ ਦੀ ਪਤਨੀ ਦੀ ਨਿਗਰਾਨੀ ਵਿੱਚ ਅਗਲੇ 10 ਤੋਂ 15 ਦਿਨਾਂ ਵਿੱਚ ਡਾਕਟਰਾਂ ਨੇ ਮੈਨੂੰ ਸਰੋਗੇਸ਼ੀ ਦੇ ਲਈ ਫਿੱਟ ਕਰਾਰ ਦੇ ਦਿੱਤਾ। ਸਾਰੀ ਪ੍ਰਕਿਰਿਆ ਸ਼ੁਰੂ ਹੋ ਗਈ। ਹਾਲਾਂਕਿ ਕੁਝ ਡਾਕਟਰਾਂ ਨੇ ਮੇਰੀ ਉਮਰ ਦੇ ਲਈ ਚੇਤਾਵਨੀ ਵੀ ਦਿੱਤੀ ਸੀ ਅਤੇ ਇਹ ਨਿਯਮਾਂ ਦੇ ਖਿਲਾਫ ਦੱਸਿਆ ਸੀ, ਪਰ ਪੈਸੇ ਦੇ ਕੇ ਉਹਨਾਂ ਦਾ ਮੂੰਹ ਬੰਦ ਕਰਵਾ ਦਿੱਤਾ ਗਿਆ। ਮੈਂ ਬੇਵੱਸ ਆਪਣੀ ਮਰਜ਼ੀ ਦੇ ਖਿਲਾਫ ਸਭ ਕੁਝ ਕਰਨ ਦੇ ਲਈ ਮਜਬੂਰ ਸੀ। ਸ਼ੇਖਾਵਤ ਦੀ ਪਤਨੀ ਸੰਤਾਨ ਪੈਦਾ ਨਹੀਂ ਕਰ ਸਕਦੀ ਸੀ। ਆਪਣੇ ਵੰਸ਼ ਨੂੰ ਵਧਾਉਣ ਦਾ ਅਤੇ ਸਮਾਜ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਲਈ ਗੁਪਤ ਢੰਗ ਨਾਲ ਵਾਰਸਾਂ ਦੀ ਲਾਲਸਾ ਪੂਰੀ ਕੀਤੀ ਜਾ ਰਹੀ ਸੀ ਅਤੇ ਉਹਨਾਂ ਨੇ ਆਪਣੇ ਬੱਚੇ ਨੂੰ ਦੁਨੀਆ ਵਿੱਚ ਲਿਆਉਣ ਲਈ ਮੈਨੂੰ ਚੁਣਿਆ ਸੀ। ਵਕਤ ਨੇ ਮੇਰੇ ਨਾਲ ਅਜਿਹਾ ਖੇਡ ਖੇਡਿਆ ਕਿ ਮੈਨੂੰ ਮਜਬੂਰੀ ਵਿੱਚ ਇਹ ਸਭ ਕਰਨਾ ਪਿਆ। ਮੈਂ ਸੋਚਦੀ ਕਿ ਜੇ ਮੇਰੇ ਮਾਤਾ-ਪਿਤਾ ਜਿਉਂਦੇ ਹੁੰਦੇ ਤਾਂ ਮੈਨੂੰ ਇਹ ਸਭ ਕਰਨ ਦੀ ਜ਼ਰੂਰਤ ਨਹੀਂ ਸੀ, ਪਰ ਸ਼ੇਖਾਵਤ ਉਸ ਦੀ ਪਤਨੀ ਅਤੇ ਉਸ ਦੀ ਮਾਂ ਬਹੁਤ ਚੰਗੇ ਲੋਕ ਸੀ, ਕਿਉਂਕਿ ਇਸ ਦੇ ਬਦਲੇ ਉਹਨਾਂ ਨੇ ਮੇਰੇ ਭਰਾ ਦੇ ਇਲਾਜ ਦਾ ਸਾਰਾ ਖਰਚਾ ਚੁੱਕ ਲਿਆ ਸੀ, ਜਦਕਿ ਵਿਜੇ ਅੰਕਲ ਅਤੇ ਦੀਪਾ ਆਂਟੀ ਨੇ ਮੇਰੇ ਕਰੀਬੀ ਹੁੰਦੇ ਹੋਏ ਵੀ ਮੈਨੂੰ ਧੋਖਾ ਦਿੱਤਾ ਸੀ। ਇਹ ਗੱਲ ਅਲੱਗ ਆ ਕੇ ਸ਼ੇਖਾਵਤ ਨੇ ਆਪਣੇ ਸਵਾਰਥ ਦੇ ਲਈ ਮੇਰੀ ਮਜਬੂਰੀ ਦਾ ਫਾਇਦਾ ਚੁੱਕਿਆ ਸੀ, ਪਰ ਉਹਨਾਂ ਨੇ ਵਾਅਦੇ ਅਨੁਸਾਰ ਮੇਰੇ ਭਰਾ ਦਾ ਪੂਰਾ ਇਲਾਜ ਕਰਵਾਇਆ ਅਤੇ ਮੇਰੇ ਭਰਾ ਨੂੰ ਆਪਣੇ ਕੋਲ ਬੁਲਾ ਲਿਆ। ਸਮਾਂ ਲੰਘਦਾ ਗਿਆ ਤੇ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਬੇਟੇ ਇਹਦੇ ਜਨਮ ਤੋਂ ਬਾਅਦ ਉਹਨਾਂ ਨੇ ਮੈਨੂੰ ਆਪਣੇ ਹੀ ਇੱਕ ਆਫਿਸ ਵਿੱਚ ਨੌਕਰੀ ਦੇ ਦਿੱਤੀ। ਮੇਰਾ ਉਸ ਬੱਚੇ ਨੂੰ ਦੁੱਧ ਪਿਆਉਣ ਤੋਂ ਇਲਾਵਾ ਉਸ ਉੱਤੇ ਕੋਈ ਅਧਿਕਾਰ ਨਹੀਂ ਸੀ। ਹੁੰਦਾ ਵੀ ਕਿਉਂਕਿ ਮੈਂ ਤਾਂ ਇੱਕ ਮਾਤਰ ਸਰੋਗੇਸੀ ਮਦਰ ਹੀ ਸੀ, ਜਾਣੀ ਕਿ ਕਿਰਾਏ ਦੀ ਕੁੱਖ ਦੇਣ ਵਾਲੀ ਮਾਂ, ਉਹ ਵੀ ਬਿਨਾਂ ਵਿਆਹੀ ਮਾਂ। ਪਰ ਇੱਕ ਦਿਨ ਮੇਰੀ ਕਿਸਮਤ ਅਜਿਹੀ ਚਮਕੀ ਕਿ ਮੈਨੂੰ ਸ਼ੇਖਾਵਤ ਦੇ ਭਰਾ ਨੇ ਪਸੰਦ ਕਰ ਲਿਆ। ਉਸ ਨੇ ਜਿੱਦ ਫੜ ਲਈ ਕਿ ਮੈਂ ਜੇ ਵਿਆਹ ਕਰਵਾਵਾਂਗਾ ਤਾਂ ਇਸ ਨਾਲ ਹੀ ਕਰਵਾਵਾਂਗਾ। ਉਸ ਦੇ ਵੱਡੇ ਭਰਾ ਨੂੰ ਆਪਣੇ ਛੋਟੇ ਭਰਾ ਦੀ ਜਿੱਦ ਅੱਗੇ ਝੁਕਣਾ ਪਿਆ। ਸ਼ੇਖਾਵਤ ਨੇ ਆਪਣੇ ਛੋਟੇ ਭਰਾ ਅਜੇ ਦੇ ਨਾਲ ਮੇਰਾ ਵਿਆਹ ਕਰਵਾ ਦਿੱਤਾ ਅਤੇ ਮੇਰਾ ਇਸ ਤਰ੍ਹਾਂ ਸ਼ਾਹੀ ਪਰਿਵਾਰ ਵਿੱਚ ਵਿਆਹ ਹੋ ਗਿਆ। ਮੈਂ ਅਬੇ ਪ੍ਰਤਾਪ ਸ਼ੇਖਾਵਤ ਜਾਣੀ ਕਿ ਆਪਣੇ ਬੇਟੇ ਦੀ ਛੋਟੀ ਮਾਂ ਬਣ ਗਈ। ਮੇਰੇ ਵਿਆਹ ਨੂੰ 6 ਸਾਲ ਹੋ ਗਏ ਤੇ ਵਿਆਹ ਦੇ 4 ਸਾਲ ਬਾਅਦ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਅਵੇ ਨੂੰ ਤਾਂ ਮੇਰੇ ਨਾਲ ਖਾਸ ਪਿਆਰ ਹੈ। ਉਹ ਮੇਰੇ ਪਿੱਛੇ ਹਰ ਵਕਤ ਛੋਟੀ ਮਾਂ ਕਰਦਾ ਭੱਜਿਆ ਰਹਿੰਦਾ। ਖਾਣਾ ਖਾਣਾ ਹੋਵੇ ਤਾਂ ਵੀ ਛੋਟੀ ਮਾਂ, ਪੜ੍ਹਨਾ ਹੋਵੇ ਤਾਂ ਵੀ ਛੋਟੀ ਮਾਂ ਚਾਹੀਦੀ ਆ। ਸਕੂਲ ਤੋਂ ਆਉਣ ਤੋਂ ਬਾਅਦ ਵੀ ਸਿੱਧਾ ਮੇਰੇ ਕਮਰੇ ਵਿੱਚ ਹੀ ਆਉਂਦਾ। ਮੇਰੀ ਜਠਾਣੀ ਆਵਾਜ਼ਾਂ ਦੇ ਦੇ ਕੇ ਥੱਕ ਜਾਂਦੀ ਆ, ਪਰ ਉਹ ਨਹੀਂ ਸੁਣਦਾ। ਕਦੇ ਅਜੇ ਮੈਨੂੰ ਕਹਿੰਦਾ ਕਿ ਇਹ ਭਾਬੀ ਦਾ ਨਹੀਂ, ਮੈਨੂੰ ਤਾਂ ਤੇਰਾ ਬੇਟਾ ਹੀ ਲੱਗਦਾ ਜੋ ਤੈਨੂੰ ਛੱਡਦਾ ਹੀ ਨਹੀਂ। ਮੇਰੀ ਪਿਛਲੀ ਜ਼ਿੰਦਗੀ ਦੇ ਬਾਰੇ ਅਜੇ ਨੂੰ ਸਭ ਕੁਝ ਪਤਾ ਸੀ, ਪਰ ਇੱਕ ਗੱਲ ਨੂੰ ਛੱਡ ਕੇ ਜਿਸ ਦੇ ਬਾਰੇ ਮੈਨੂੰ ਸਖਤ ਹਦਾਇਤ ਦਿੱਤੀ ਗਈ ਸੀ, ਉਸ ਰਾਜ ਨੂੰ ਮੈਂ ਰਾਜ ਹੀ ਰੱਖਿਆ ਸਦਾ। ਮੇਰੇ ਭਰਾ ਨੂੰ ਵੀ ਇਸ ਬਾਰੇ ਨਹੀਂ ਪਤਾ ਸੀ। ਇੱਕ ਦਿਨ ਅਜੇ ਟੀਵੀ ਦੇਖ ਰਹੇ ਸੀ ਤਾਂ ਇੱਕ ਨਿਊਜ਼ ਦੇਖ ਕੇ ਉਹਨਾਂ ਨੇ ਮੈਨੂੰ ਬਹੁਤ ਤੇਜ਼ ਆਵਾਜ਼ ਲਗਾਈ ਤੇ ਕਿਹਾ, ਆਬਾ ਜਲਦੀ ਆ ਦੇਖ ਟੀਵੀ ਵਿੱਚ ਕੀ ਦਿਖਾ ਰਹੇ ਨੇ। ਜਦੋਂ ਮੈਂ ਟੀਵੀ ਵਿੱਚ ਆ ਕੇ ਦੇਖਿਆ ਤਾਂ ਦੀਪਾ ਆਂਟੀ ਅਤੇ ਵਿਜੇ ਅੰਕਲ ਪੁਲਿਸ ਦੀ ਗ੍ਰਿਫਤ ਵਿੱਚ ਸਨ। ਮੀਡੀਆ ਦੀ ਭੀੜ ਲੱਗੀ ਹੋਈ ਸੀ ਤੇ ਮਾਈਕ ਦੇ ਸਾਹਮਣੇ ਅਹੂਜਾ ਅੰਕਲ ਸੀ। ਉਹ ਅਹੂਜਾ ਅੰਕਲ ਜਿਹੜੇ ਮੇਰੇ ਪਾਪਾ ਦੀ ਕੰਪਨੀ ਵਿੱਚ ਮੈਨੇਜਰ ਸੀ, ਜਿਸ ਨੂੰ ਵਿਜੇ ਅੰਕਲ ਨੇ ਝੂਠੇ ਮਾਮਲੇ ਵਿੱਚ ਜੇਲ੍ਹ ਪਹੁੰਚਾ ਦਿੱਤਾ ਸੀ। ਅਹੂਜਾ ਅੰਕਲ ਦੱਸ ਰਹੇ ਸੀ ਕਿ ਜੇਲ੍ਹ ਵਿੱਚ ਉਸ ਦੇ ਨਾਲ ਇੱਕ ਟਰੱਕ ਡਰਾਈਵਰ ਵੀ ਬੰਦ ਸੀ, ਜਿਸ ਨੇ ਗੱਲਾਂ ਵਿੱਚ ਦੱਸਿਆ ਸੀ ਕਿ ਮੈਂ ਵਿਜੇ ਦੇ ਕਹਿਣ ਤੇ ਅਵਿਨਾਸ਼ ਦੀ ਕਾਰ ਨੂੰ ਟੱਕਰ ਮਾਰੀ ਸੀ, ਜਾਣੀ ਕਿ ਮੇਰੇ ਪਾਪਾ ਦੀ ਕਾਰ ਨੂੰ, ਜਿਸ ਦੇ ਨਾਲ ਟਰੱਕ ਡਰਾਈਵਰ ਨੂੰ ਵਿਜੇ ਅੰਕਲ ਨੇ ਕਾਫੀ ਸਾਰੇ ਪੈਸੇ ਦਿੱਤੇ ਸੀ। ਇਸ ਸਮੇਂ ਕਿਸੇ ਹੋਰ ਦੇ ਖੂਨ ਦੇ ਇਲਜ਼ਾਮ ਵਿੱਚ ਉਹ ਟਰੱਕ ਡਰਾਈਵਰ ਜੇਲ੍ਹ ਵਿੱਚ ਬੰਦ ਸੀ ਤੇ ਅਨੂਜਾ ਅੰਕਲ ਆਪਣਾ ਕੇਸ ਜਿੱਤ ਕੇ ਬਾਹਰ ਆ ਗਏ ਸੀ। ਉਹਨਾਂ ਨੇ ਦੱਸਿਆ ਕਿ ਵਿਜੇ ਅੰਕਲ ਨੇ ਸਾਡਾ ਘਰ ਵੀ ਧੋਖੇ ਨਾਲ ਆਪਣਾ ਨਾਂ ਕਰਵਾ ਲਿਆ ਸੀ। ਮੈਨੂੰ ਸਭ ਸੁਣ ਕੇ ਹੈਰਾਨੀ ਹੋਈ ਕਿ ਆਪਣੇ ਸਵਾਰਥ ਦੇ ਲਈ ਇਨਸਾਨ ਕਿੰਨਾ ਹੇਠਾਂ ਡਿੱਗ ਜਾਂਦਾ ਹੈ। ਇੱਕ ਹੱਸਦੇ ਖੇਡਦੇ ਪਰਿਵਾਰ ਨੂੰ ਲਾਲਚ ਦੀ ਬੜੀ ਚੜਾ ਦਿੱਤਾ। ਸਾਡੇ ਸਿਰ ਤੇ ਸਾਡੇ ਮਾਂ-ਬਾਪ ਦਾ ਸਾਇਆ ਉੱਠ ਗਿਆ ਅਤੇ ਅਸੀਂ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਏ। ਕਾਸ਼ ਇਹ ਸਭ ਸਾਡੇ ਨਾਲ ਨਾ ਹੁੰਦਾ, ਮੇਰੇ ਮਾਂ-ਬਾਪ ਸਾਡੇ ਨਾਲ ਹੁੰਦੇ। ਮੇਰੇ ਦੁੱਖ ਦੀ ਕੋਈ ਸੀਮਾ ਨਹੀਂ ਸੀ। ਬੜੀ ਮੁਸ਼ਕਲ ਨਾਲ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਸੁਖੀ ਜੀਵਨ ਜਿਉਣ ਲੱਗੀ ਸੀ। ਇਸ ਖਬਰ ਨੇ ਮੇਰੇ ਪਿਛਲੇ ਸਾਰੇ ਜ਼ਖਮ ਫਰੋਲ ਦਿੱਤੇ।
ਉਹ ਤਾਂ ਭਲਾ ਹੋਵੇ ਇਸ ਸ਼ਿਖਾਵਤ ਦਾ ਜਿਸ ਨੇ ਮੇਰੇ ਭਰਾ ਦਾ ਇਲਾਜ ਕਰਵਾਇਆ ਅਤੇ ਉਸ ਨੂੰ ਤੁਰਨ ਜੋਗਾ ਕਰ ਦਿੱਤਾ, ਪਰ ਉਸ ਦੀ ਮੈਨੂੰ ਵੀ ਬਹੁਤ ਵੱਡੀ ਕੀਮਤ ਚੁਕਾਉਣੀ ਪਈ। ਮੇਰੇ ਅੱਖਾਂ ਵਿੱਚੋਂ ਉਹ ਖਬਰ ਸੁਣ ਕੇ ਲਗਾਤਾਰ ਹੰਝੂ ਵਹਿ ਰਹੇ ਸੀ। ਅੱਜ ਮੇਰੇ ਰੋਣ ਦੀ ਕੋਈ ਹੱਦ ਨਾ ਰਹੀ। ਮੈਂ ਇੰਨਾ ਜ਼ਿਆਦਾ ਰੋਈ ਕਿ ਮੇਰੇ ਪਤੀ ਨੇ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਚੁੱਪ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਉਸਨੇ ਆਪਣੇ ਭਰਾ ਦੇ ਬੇਟੇ ਨੂੰ ਆਵਾਜ਼ ਮਾਰੀ। ਅਵੇ ਆ ਕੇ ਛੋਟੀ ਮਾਂ ਕਰਨ ਲੱਗਿਆ ਤਾਂ ਮੈਨੂੰ ਥੋੜਾ ਹੋਸ਼ ਆਇਆ। ਮੈਂ ਚੁੱਪ ਕਰ ਗਈ ਤੇ ਗੁੱਸੇ ਵਿੱਚ ਆ ਕੇ ਇਹ ਫੈਸਲਾ ਕੀਤਾ ਕਿ ਮੈਂ ਦਿੱਲੀ ਵਾਪਸ ਜਾਣਾ। ਮੇਰੇ ਪਤੀ ਨੇ ਦਿੱਲੀ ਦੀ ਟਿਕਟ ਕਰਾ ਲਈ। ਮੈਂ ਅਜੇ ਅਤੇ ਦੋਨੋਂ ਬੱਚੇ ਦਿੱਲੀ ਲਈ ਰਵਾਨਾ ਹੋ ਗਏ। ਪੂਰੇ ਰਸਤੇ ਮੈਂ ਆਪਣੇ ਅਤੀਤ ਦੇ ਬਾਰੇ ਸੋਚਦੀ ਜਾ ਰਹੀ ਸੀ। ਬੀਤੀ ਜ਼ਿੰਦਗੀ ਦਾ ਇੱਕ ਇੱਕ ਪਲ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ। ਅੱਜ ਮੈਂ ਆਪਣੇ ਮੰਮੀ ਪਾਪਾ ਦੇ ਘਰੇ ਬਹੁਤ ਸਾਲਾਂ ਬਾਅਦ ਆਈ ਸੀ। ਮੈਂ ਆਪਣੀ ਮਾਂ ਪਿਓ ਦੀ ਫੋਟੋ ਦੇ ਸਾਹਮਣੇ ਆ ਕੇ ਖੂਬ ਰੋਈ ਤੇ ਉਹਨਾਂ ਨੂੰ ਦੱਸਿਆ ਕਿ ਅੱਜ ਆਪਣੇ ਹੱਸਦੇ ਖੇਡਦੇ ਪਰਿਵਾਰ ਨੂੰ ਤਬਾਹ ਕਰਨ ਵਾਲੇ ਖੁਦ ਤਬਾਹ ਹੋ ਗਏ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।